रुकती नहीं बीजेपी किस तो। मैं तो इन्होंने कहना ये सारे इकट्ठे हो जान, ठीक है, तो ये कुछ नहीं बिगाड़ सकते। ये किसान के ਨਾਂ ਤੇ ਗੁੰਮਰਾਹ कर रहे हैं, अपनी रोटियां सेक रहे हैं, सियासत तो प्रेरित काम कर रहे हैं। इन्होंने लोगों ने तक किसान नूं इन्हां नूं कदे भी माफ़ नहीं करना चाहिए। ये दोषी ने किसान ने, ये उगराह साहब ਜਿਹੜੀਆਂ ਗੱਲਾਂ ਕਰਦੇ ਨੇ। ਇਹ ਚੜੂਨੀ ਤੇ ਦੀ ਧਰਮ ਪਤਨੀ ਚਨੌ ਲੜੇ ਸੀਗੇ ਹਰਿਆਣਾ ਤੋਂ, ਜ਼ਮਾਨਤ ਜ਼ਬਤ ਹੋਈ ਸੀ। ਆ ਰਾਜੇਵਾਲ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀ। ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਹੁਣ ਫੇਰ ਲੜਨਗੇ, ਫਿਰ ਜ਼ਮਾਨਤਾਂ ਜ਼ਬਤ ਹੋਣਗੀਆਂ। ਇਹ ਤਾਂ ਇੱਕ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਲੈ ਰਹੇ ਆ ਬੈਠੇ ਬੈਠੇ, ਐਵੇਂ ਹੀ ਲੀਡਰ ਬਣੀ ਜਾਂਦੇ ਘਰ 'ਚ ਹੀ ਪਹਿਲਵਾਨ। ਇਹਨਾਂ ਦੇ ਕਹੇ ਤੋਂ ਕੋਈ ਵੋਟ ਨਹੀਂ ਰੁਕਦੀ, ਕੋਈ ਕੁਛ ਨਹੀਂ ਰੁਕਦਾ। ਤੇ ਵੈਸਟ ਬੰਗਾਲ 'ਚ ਇਹ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਇਹੀ ਕਰ ਰਹੇ ਨੇ ਕਿ ਹਿੰਸਾ ਦਾ ਅਸੀਂ ਸਤਿਕਾਰ ਕਰੀਏ। ਸਿੱਧੂ ਸਾਹਿਬ ਜਿਹੜੇ ਆ ਉਹ ਹਮੇਸ਼ਾ ਜਿੱਥੇ ਵੀ ਜਾਂਦੇ ਆ ਉਹ ਡਿਸਿਪਲਿਨ ਜਿਹਨਾਂ ਦੇ ਇਨਡਿਸਿਪਲਿਨ ਕਰਦੇ ਆ। ਅਨੁਸ਼ਾਸਨਹੀਨ ਵਿਅਕਤੀ, ਅਨੁਸ਼ਾਸਨਹੀਨ ਸੰਸਥਾ, ਅਨੁਸ਼ਾਸਨਹੀਨ ਸਰਕਾਰ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਲਗਾਤਾਰ ਚਰਚਾ ਦੇ ਵਿੱਚ ਬਣੀਆਂ ਹੋਈਆਂ ਵੈਸਟ ਬੰਗਾਲ ਦੀਆਂ ਇਲੈਕਸ਼ਨਸ ਤੇ ਉਹਨਾਂ ਦੇ ਜਿਹੜੇ ਰਿਜ਼ਲਟ ਸੀਗੇ ਉਹ ਕੱਲ ਆ ਗਏ ਨੇ ਤੇ ਉਸ ਤੋਂ ਬਾਅਦ ਤੀਜੀ ਵਾਰ ਮਮਤਾ ਬੈਨਰਜੀ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਹੈਗੀ ਹੈ ਉਹ ਸੱਤਾ ਦੇ ਵਿੱਚ ਦੁਬਾਰਾ ਆ ਗਈ ਹੈ ਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਨੇ, ਭਾਵੇਂ ਉਹ ਬੀਜੇਪੀ ਸਰਕਾਰ ਹੋਵੇ ਭਾਵੇਂ ਉਹ ਮਮਤਾ ਬੈਨਰਜੀ ਦੀ ਸਰਕਾਰ ਹੋਵੇ, ਬਹੁਤ ਸਾਰੇ ਸਵਾਲ ਨੇ ਲੋਕਾਂ ਦੇ। ਇਸ ਵਕਤ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਜੀ ਮੌਜੂਦ ਨੇ। ਪਹਿਲਾਂ ਕਰਦੇ ਉਹਨਾਂ ਸਵਾਗਤ, ਬਹੁਤ ਬਹੁਤ ਸਵਾਗਤ ਗਰੇਵਾਲ ਸਾਹਿਬ। ਸ਼ੁਕਰੀਆ ਜੀ, ਧੰਨਵਾਦ। ਗਰੇਵਾਲ ਸਾਹਿਬ, ਲਗਾਤਾਰ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਬੀਜੇਪੀ ਵੱਲੋਂ ਕਿਹਾ ਜਾ ਰਿਹਾ ਸੀਗਾ, ਪ੍ਰਚਾਰ ਕੀਤੇ ਜਾ ਰਹੇ ਸੀਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਾ ਕੇ ਵੈਸਟ ਬੰਗਾਲ ਦੇ ਵਿੱਚ ਪ੍ਰਚਾਰ ਕੀਤਾ, ਅਮਿਤ ਸ਼ਾਹ ਜੀ ਨੇ ਕੀਤਾ, ਉਸ ਤੋਂ ਬਾਅਦ ਵੀ ਜਿਹੜਾ ਜਿੱਤ ਦਾ ਪਰਚਮ ਦਰਜ ਕੀਤਾ ਉਹ ਮਮਤਾ ਬੈਨਰਜੀ ਨੇ ਕੀਤਾ। ਤੇ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਸਾਰਾ ਪ੍ਰਚਾਰ ਪਾਣੀ 'ਚ ਡੁੱਬ ਗਿਆ? ਨਹੀਂ ਨਹੀਂ, ਪ੍ਰਚਾਰ ਤਾਂ ਪਾਣੀ 'ਚ ਕਿਤੇ ਵੀ ਨਹੀਂ ਡੁੱਬਿਆ। ਪਤਾ ਨਹੀਂ ਮੀਡੀਆ ਦਾ ਕੀ ਸੋਚਣ ਦਾ ਨਜ਼ਰੀਆ, ਇਹ ਇਸ ਵਾਰ ਹੀ ਬਦਲਿਆ ਜ਼ਿਆਦਾ, ਪਹਿਲਾਂ ਕਦੇ ਨਹੀਂ ਬਦਲਿਆ। ਪਹਿਲੀ ਗੱਲ ਤਾਂ ਕਿਹੜੀ ਪਾਰਟੀ ਆ ਜਿਹਦੇ ਪ੍ਰਧਾਨ ਮੰਤਰੀ ਜਾਂ ਜਿਹਦੇ ਮਿਨਿਸਟਰ ਪ੍ਰਚਾਰ ਨਹੀਂ ਕਰਦੇ? ਅਤੇ ਸਾਡੀ ਪਾਰਟੀ ਦੇ ਲੀਡਰ ਤਾਂ ਇੰਨੇ ਜ਼ੋਰਦਾਰ ਨੇ ਕਿ ਔਰ ਉਹਨਾਂ ਨੂੰ ਪੂਰੀ ਦੁਨੀਆ ਸੁਣਦੀ ਆ, ਅਤੇ ਉਹ ਸਾਡੇ ਲਈ ਕਿਉਂ ਪ੍ਰਚਾਰ ਨਾ ਕਰਨ? ਔਰ ਸਾਡਾ ਵਰਕਰ ਬਹੁਤ ਸਮਰਪਿਤ ਆ ਅਤੇ ਕੈਡਰ ਬੇਸਡ ਕਮ ਮਾਸ ਬੇਸ ਔਰਗਨਾਈਜੇਸ਼ਨ ਆ ਸਾਡੀ। ਔਰ ਸਾਡਾ ਕੋਈ ਆਧਾਰ ਕਿਤੇ ਘਟਿਆ ਹੋਵੇ। 5 ਰਾਜਾਂ 'ਚ ਸਾਡਾ ਵੋਟ ਬੇਸ ਜਿਹੜਾ ਉਹ ਵਧਿਆ ਔਰ ਇਜ਼ਾਫਾ ਹੋਇਆ, ਤਾਂ ਉਹਦੇ 'ਚ ਸਾਡੀ ਲੀਡਰਸ਼ਿਪ ਨੂੰ ਵੀ ਵਧਾਈ ਆ, ਸਾਡੇ ਵਰਕਰਾਂ ਨੂੰ ਵੀ ਵਧਾਈ ਆ। ਔਰ ਇਸੇ ਤਰ੍ਹਾਂ ਵੈਸਟ ਬੰਗਾਲ ਦੀ ਜਿਹੜੀ ਚਰਚਾ ਕਰਦੇ ਹਾਂ, ਵੈਸਟ ਬੰਗਾਲ ਦੇ ਅੰਦਰ ਅਸੀਂ ਸਰਕਾਰ 'ਚ ਕਦੋਂ ਸੀ, ਔਰ ਜਾਂ ਦੂਸਰਾ ਕਿਹੜੀ ਪੋਲੀਟੀਕਲ ਪਾਰਟੀ ਐਸੀ ਆ ਜਿਹਦੀ ਲੀਡਰਸ਼ਿਪ ਜਾਂ ਜਿਹਦੇ ਕਾਰਜਕਰਤਾ ਇਹ ਕਹਿ ਕੇ ਚੁਣਾਵ ਲੜਦੇ ਹੋਣ ਕਿ ਅਸੀਂ ਚੁਣਾਵ ਹਾਰਨਾ। ਬੀਜੇਪੀ ਤਾਂ ਜਦੋਂ ਭਾਰਤੀ ਜਨਸੰਘ ਦੇ ਰੂਪ 'ਚ ਸੀ ਉਦੋਂ ਵੀ ਅਸੀਂ ਚੁਣਾਵ ਲੜਦੇ ਸੀ, ਸਾਨੂੰ 500 ਜਾਂ 1000 ਵੋਟ ਮਿਲਦੇ ਸੀ, ਉਦੋਂ ਵੀ ਜਿੱਤਣ ਲਈ ਲੜਦੇ ਸੀ, ਇਸੇ ਸਪਿਰਿਟ ਨਾਲ ਕੰਮ ਕਰਦੀ ਸੀ, ਹਾਰਨ ਲਈ ਨਹੀਂ ਸੀ ਲੜਦੀ। ਅਤੇ ਉਸ ਵੇਲੇ ਜੇ ਅਸੀਂ ਹਾਰਨ ਲਈ ਨਾ ਲੜੇ ਹੁੰਦੇ ਅਤੇ 500 1000 ਵੋਟਾਂ ਲਈ ਜ਼ਮਾਨਤਾਂ ਜ਼ਬਤ ਨਾ ਕਰਵਾਈਆਂ ਹੁੰਦੀਆਂ ਅਤੇ ਅੱਜ ਅਸੀਂ ਸਰਕਾਰਾਂ ਬਣਾਉਣ ਲਈ ਵੀ ਨਾ ਖੜ੍ਹੇ ਹੁੰਦੇ। ਗਰੇਵਾਲ ਸਾਹਿਬ, ਇੱਕ ਗੱਲ ਹੁੰਦੀ ਹੈ ਕਿ ਕਿਹਾ ਜਾਂਦਾ ਸੀਗਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਚਾਰ ਕਰਨ ਜਾਂ ਅਮਿਤ ਸ਼ਾਹ ਜੀ ਪ੍ਰਚਾਰ ਕਰਨ, ਉਹ ਸੀਟ ਕਦੀ ਵੀ ਬੀਜੇਪੀ ਦੇ ਹੱਥੋਂ ਨਹੀਂ ਜਾਂਦੀ। ਅਤੇ ਕੀ ਐਤਕੀ ਜਿੱਥੇ ਜਾ ਕੇ ਪ੍ਰਚਾਰ ਕੀਤਾ ਗਿਆ ਸੀਗਾ ਵੈਸਟ ਬੰਗਾਲ 'ਚ ਫਿਰ ਵੀ ਸੀਟ ਨਹੀਂ ਮਿਲੀ? ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸੀਟ ਕਿਉਂ ਨਹੀਂ ਮਿਲੀ? ਸਾਡੀਆਂ 3 ਸੀਟਾਂ ਸੀ, ਠੀਕ ਹੈ, ਵੋਟ ਬੈਂਕ ਸਾਡਾ 10% ਦੇ ਕਰੀਬ ਸੀ ਅਤੇ ਅਸੀਂ 37 'ਤੇ ਪਹੁੰਚ ਗਏ ਔਰ ਸੀਟਾਂ ਸਾਡੀਆਂ 3 ਤੋਂ 77 ਹੋ ਗਈਆਂ। ਅਤੇ ਮੈਂ ਸਮਝਦਾ ਇਹਦੇ 'ਚ ਇਹ ਤਾਂ ਅਸੀਂ ਬਹੁਤ ਬੜੀ ਪ੍ਰਾਪਤੀ ਹੈ ਵੈਸਟ ਬੰਗਾਲ ਦੇ ਅੰਦਰ। ਸਾਡੀ ਤਾਂ ਪੂਰੇ ਵੈਸਟ ਬੰਗਾਲ 'ਚ ਪ੍ਰੈਜ਼ੈਂਸ ਵੀ ਨਹੀਂ ਸੀਗੀ। ਇਹ ਸਾਡੀ ਲੀਡਰਸ਼ਿਪ ਦਾ ਹੀ ਕਮਾਲ ਆ ਜਾਂ ਸਾਡੇ ਉਹਨਾਂ ਵਰਕਰਾਂ ਦਾ। ਅਤੇ ਅੱਜ ਤੁਸੀਂ ਦੇਖੋ ਬਈ ਰਾਤ ਭਰ 1000 ਪਰਿਵਾਰ ਜਿਹੜੇ ਆ ਉਹ ਖੇਤਾਂ 'ਚ ਰਾਤਾਂ ਕੱਟ ਰਹੇ ਨੇ, ਗਰੀਬ ਲੋਕ, ਉਹਨਾਂ ਦੇ ਮਕਾਨ ਜਲਾਏ ਜਾ ਰਹੇ ਨੇ, ਉਹਨਾਂ ਦੀਆਂ ਹੱਤਿਆ ਕੀਤੀਆਂ ਜਾ ਰਹੀਆਂ ਨੇ, ਮਹਿਲਾਵਾਂ ਨਾਲ ਕਿਸ ਤਰ੍ਹਾਂ ਰੇਪ ਕੀਤੇ ਜਾ ਰਹੇ ਆ, ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਅਤੇ ਵੈਸਟ ਬੰਗਾਲ 'ਚ ਇਹ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਇਹੀ ਕਰ ਰਹੇ ਨੇ ਕਿ ਹਿੰਸਾ ਦਾ ਅਸੀਂ ਸਤਿਕਾਰ ਕਰੀਏ। ਅਤੇ ਠੀਕ ਆ, ਉਹ ਜਿੱਤੀ ਆ, ਉਸ ਦੀ ਵਧਾਈ, ਪਰ ਜਿੱਤ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਅਤਿਆਚਾਰ ਸ਼ੁਰੂ ਕਰ ਦਿਓਗੇ। ਪਹਿਲਾਂ ਵੀ ਸਾਡੇ 140 ਦੇ ਕਰੀਬ ਵਰਕਰ ਸ਼ਹੀਦ ਕੀਤੇ ਸੀ, ਹੁਣ ਫਿਰ ਹੱਤਿਆ ਸ਼ੁਰੂ ਹੋ ਗਈਆਂ ਔਰ ਇਹ ਸਾਹਮਣੇ ਆਊਗਾ ਕਿੰਨੀਆਂ ਕਰਤੀਆਂ, ਕੀ ਕੀਤਾ ਉਹਨਾਂ ਨੇ।
ਇਸ ਨੂੰ ਰੋਕਿਆ ਜਾਣਾ ਚਾਹੀਦਾ ਕਿਸੇ ਵੀ ਹਾਲਤ 'ਚ, ਔਰ ਇਸ ਦੀ ਨਿੰਦਾ ਹੋਣੀ ਚਾਹੀਦੀ ਹੈ ਪੂਰੇ ਦੇਸ਼ 'ਚ ਔਰ ਦੁਨੀਆ 'ਚ। ਮੈਂ ਸਮਝਦਾ ਇਹ ਬਹੁਤ ਬੁਰਾ ਇੱਕ ਕਾਲਾ ਧੱਬਾ ਸਾਡੀ ਡੈਮੋਕ੍ਰੇਸੀ ਦੇ ਉੱਪਰ ਜੋ ਇਹ ਗਰੇਵਾਲ ਸਾਹਿਬ ਨਹੀਂ ਕੀ ਗੱਲ ਕੀ ਆ ਕਿ ਤੀਜੀ ਵਾਰ ਲਗਾਤਾਰ ਮਮਤਾ ਬੈਨਰਜੀ ਦੀ ਸਰਕਾਰ ਆਂਦੀ ਹੈ, ਕੀ ਲੋਕ ਐਸਾ ਦੇਖ ਰਹੇ ਨੇ ਜੋ ਬੀਜੇਪੀ ਦੇ ਇੰਨੇ ਪ੍ਰਚਾਰ ਤੋਂ ਬਾਅਦ ਵੀ ਨਹੀਂ ਦੇਖਿਆ ਗਿਆ ਤੇ ਮਮਤਾ ਬੈਨਰਜੀ ਨੂੰ ਫਿਰ ਵੋਟ ਪਾਈ ਗਈ ਤੇ ਦੁਬਾਰਾ ਉਹਨਾਂ ਨੂੰ ਸੱਤਾ 'ਚ ਲੈ ਕੇ ਆਇਆ ਗਿਆ? ਜਿੱਥੇ ਸਾਡਾ ਆਧਾਰ ਹੀ ਨਹੀਂ ਹੈ ਪਹਿਲਾਂ, ਔਰ ਜਿੱਥੇ ਅਸੀਂ ਸਾਡੇ ਵਰਕਰ ਜਿਹੜੇ ਸੀ ਪਹਿਲਾਂ ਤਾਂ ਉੱਥੇ ਪੂਰੇ ਬੰਗਾਲ 'ਚ ਹੈ ਨਹੀਂ ਸੀਗੇ, ਤੇ ਜੇ ਆਏ ਵੀ ਨੇ ਤਾਂ ਕੈਡਰ ਬੇਸਡ ਕਮ ਮਾਸ ਬੇਸ ਆਰਗੇਨਾਈਜੇਸ਼ਨ ਹੈ ਸਾਡੀ। ਕਾਡਰ ਤਿਆਰ ਕਰਨ ਦੇ ਲਈ ਸਮਾਂ ਲੱਗਦਾ, ਕਾਰਜਕਰਤਾ ਨਿਰਮਾਣ 'ਚ ਵੀ ਸਮਾਂ ਲੱਗਦਾ। ਸਾਡੀ ਇੱਕ ਵਿਚਾਰਧਾਰਕ ਪਾਰਟੀ ਹੈ ਤੇ ਉਹਦੇ 'ਚ ਸਾਨੂੰ ਸਮਾਂ ਲੱਗੂਗਾ। ਅਸੀਂ ਇੱਕ ਰਾਤੋਂ ਰਾਤ ਪੂਰੀ ਪਾਰਟੀ ਨਹੀਂ ਸਾਡੀ ਖੜੀ ਹੋ ਸਕਦੀ, ਔਰ ਨਾ ਹੀ ਅਸੀਂ ਕਰਨਾ ਚਾਹੁੰਦੇ ਹੁੰਦੇ ਹਾਂ। ਤੇ ਜੋ ਹੋਇਆ ਇਹ ਸਾਡੇ ਬਹੁਤ ਬਿਹਤਰ ਆ, ਬਹੁਤ ਫਾਇਦੇ 'ਚ ਹੋਇਆ, ਔਰ ਵੈਸਟ ਬੰਗਾਲ ਦਾ ਵੀ ਇਹਦੇ 'ਚ ਲਾਭ ਹੋਣਾ, ਕੋਈ ਐਸੀ ਗੱਲ ਨਹੀਂ ਹੈ। ਅੱਜ ਮਮਤਾ ਸਾਡੇ ਵਰਕਰਾਂ ਦੀਆਂ ਹੱਤਿਆਵਾਂ ਕਰ ਰਹੀ ਆ ਤੇ ਇਹ ਤਾਂ ਉਹ ਕੰਮ ਹੋ ਰਿਹਾ ਕਿ ਇੱਕ ਤਾਂ ਦੇਸ਼ ਦੀ ਏਕਤਾ ਅਖੰਡਤਾ ਲਈ, ਦੇਸ਼ ਦੇ ਵਿਕਾਸ ਲਈ, ਬੰਗਾਲ ਦੇ ਵਿਕਾਸ ਲਈ ਮਰਨ ਨੂੰ ਤੁਰੇ ਫਿਰਦੇ ਆ, ਦੂਜੇ ਪਾਸੇ ਮਾਰਨ ਨੂੰ ਤੁਰੇ ਫਿਰਦੇ ਆ। ਉਹ ਮਮਤਾ ਬੈਨਰਜੀ ਦੀ ਪਾਰਟੀ ਹੈ ਜੋ ਉਹ ਕੰਮ ਕਰ ਰਹੇ ਆ, ਔਰ ਇਸ ਦਾ ਨਤੀਜਾ ਆਖਰ ਖਰਾਬ ਹੋਣਾ। ਔਰ ਜਿਹੜੇ ਲੋਕ ਉਹਦੇ ਸਮਰਥਨ 'ਚ ਗੱਲਾਂ ਕਰ ਰਹੇ ਆ ਉਹ ਵੀ ਸੇਮ ਉਸੇ ਤਰ੍ਹਾਂ ਦੇ ਲੋਕ ਨੇ ਸਾਰੇ, ਜਿਨ੍ਹਾਂ ਨੂੰ ਦੇਸ਼ ਨਾਲ ਕੋਈ ਮਤਲਬ ਨਹੀਂ ਹੈ, ਡੈਮੋਕ੍ਰੇਸੀ ਨਾਲ ਕੋਈ ਮਤਲਬ ਨਹੀਂ ਹੈ, ਔਰ ਉਹ ਤਾਂ ਇਸ ਯੋਗ ਵੀ ਨਹੀਂ ਕਿ ਇਸ ਦੇਸ਼ ਦੇ ਅਸੀਂ ਲੀਡਰ ਕਹਿ ਸਕੀਏ ਉਹਨਾਂ ਨੂੰ। ਤੇ ਉਹਨੂੰ ਇੱਕ ਵੀ ਲੀਡਰ ਨਹੀਂ ਇਹ ਕਹਿ ਸਕਦਾ ਵੀ ਇਹ ਕੀ ਹੋ ਰਿਹਾ ਬੰਗਾਲ ਦੇ ਅੰਦਰ, ਕਿਉਂ ਨਹੀਂ ਰੋਕਿਆ ਜਾ ਰਿਹਾ? ਇਹ ਰੋਕਿਆ ਜਾਣਾ ਚਾਹੀਦਾ। ਗਰੇਵਾਲ ਸਾਹਿਬ ਇੱਕ ਹੋਰ ਚੀਜ਼ ਹੈਗੀ ਹੈ ਕਿ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਸੀਗੀ, ਜਿਸ ਵਕਤ ਚੋਣਾਂ ਦੇ ਪ੍ਰਚਾਰ ਕੀਤੇ ਜਾ ਰਹੇ ਸੀਗੇ ਤੇ ਕਿਸਾਨਾਂ ਦੇ ਆਗੂਆਂ ਵੱਲੋਂ ਵੀ ਜਾ ਕੇ ਪ੍ਰਚਾਰ ਕਰਕੇ ਆਇਆ ਗਿਆ ਸੀਗਾ ਕਿ ਬੀਜੇਪੀ ਸਰਕਾਰ ਨੂੰ ਵੋਟ ਨਾ ਪਾਈ ਜਾਵੇ, ਹੋਰ ਜਿਹੜੀ ਮਰਜ਼ੀ ਸਰਕਾਰ ਨੂੰ ਵੋਟ ਪਾਓ। ਕਿੰਨਾ ਕੁ ਅਸਰ ਮੰਨਦੇ ਹੋ ਕਿ ਇਹ ਜਿਹੜਾ ਪ੍ਰਚਾਰ ਆਗੂਆਂ ਵੱਲੋਂ ਕੀਤਾ ਗਿਆ ਸੀ ਉਹਦਾ ਨਤੀਜਾ ਆਇਆ? ਇਹਨਾਂ ਦਾ ਜਿਹੜੇ ਕਿਸਾਨਾਂ ਆਗੂਆਂ ਦੀ ਤੁਸੀਂ ਗੱਲ ਕਰਦੇ ਹੋ ਨਾ, ਇਹ ਚਰੂਨੀ ਤੇ ਇਹਦੀ ਧਰਮ ਪਤਨੀ ਚੁਣਾਵ ਲੜੇ ਸੀਗੇ ਹਰਿਆਣਾ ਤੋਂ, ਜ਼ਮਾਨਤ ਜ਼ਬਤ ਹੋਈ ਸੀ। ਆ ਰਾਜੇਵਾਲ ਉਹਨਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋਈਆਂ ਸੀ। ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਹੁਣ ਫੇਰ ਲੜਨਗੇ, ਫਿਰ ਜ਼ਮਾਨਤਾਂ ਜ਼ਬਤ ਹੋਣਗੀਆਂ। ਇਹ ਤਾਂ ਇੱਕ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਲੈ ਰਹੇ ਆ ਬੈਠੇ ਬੈਠੇ, ਐਵੇਂ ਹੀ ਲੀਡਰ ਬਣੀ ਜਾਂਦੇ ਆ ਘਰ 'ਚ ਹੀ ਪਹਿਲਵਾਨ। ਇਹਨਾਂ ਦੇ ਕਹੇ ਤੋਂ ਕੋਈ ਵੋਟ ਨਹੀਂ ਰੁਕਦੀ, ਕੋਈ ਕੁਛ ਨਹੀਂ ਰੁਕਦਾ। ਉਹ ਤਾਂ ਜਿਹੜੇ ਕਿਸਾਨ ਜੈਨੂਨ ਕਿਸਾਨ ਸੜਕਾਂ 'ਤੇ ਬੈਠੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਮੋਦੀ ਜੀ, ਔਰ ਅਸੀਂ ਵੀ ਕਰਦੇ ਹਾਂ। ਉਹ ਆਪਦੀਆਂ ਹੱਕੀ ਮੰਗਾਂ ਲਈ ਗਏ ਹੋਏ ਆ, ਉਹਨਾਂ ਨੂੰ ਗਲਤ ਸਮਝਾ ਲਿਆ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ ਅਤੇ ਅਡਾਨੀ ਅੰਬਾਨੀ ਨੇ ਲੈ ਲੈਣੀਆਂ ਨੇ, ਅਤੇ ਉਹ ਇਸ ਕਰਕੇ ਬੈਠੇ ਆ। ਉਹਨਾਂ ਦੀਆਂ ਜੋ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਐਡਰੈਸ ਕਰਨਾ ਸਾਡਾ ਧਰਮ ਆ, ਸਾਡੀ ਸਰਕਾਰ ਸਤਿਕਾਰ ਕਰਦੀ ਆ ਉਸ ਦਾ। ਪਰ ਇਹ ਜਿਹੜੇ ਲੀਡਰ ਨੇ ਇਹ ਬੇਈਮਾਨ ਨੇ, ਔਰ ਮੈਂ ਤਾਂ ਇਹਨਾਂ ਦਾ ਕਰੈਕਟਰ ਦੇਖ ਕੇ ਹੈਰਾਨ ਆ। ਜਿਹੜੇ ਕਮਿਊਨਿਸਟ ਨੇ ਇਹਦੇ 'ਚ 5-7 ਨੇ 10 ਅਤੇ ਇਹ ਤਾਂ ਜਿੱਥੇ ਝੰਡਾ ਲਾਉਂਦੇ ਆ ਅਤੇ ਉਹ ਫੈਕਟਰੀ ਬੰਦ ਕਰਾ ਕੇ ਜਾਂਦੇ ਆ। ਹੁਣ ਇਹ ਕਿਸਾਨ ਦਾ ਵੀ ਨੁਕਸਾਨ ਕਰਨਗੇ। ਇਹ ਤਾਂ 2024 ਤੱਕ ਕਹਿੰਦੇ ਆ ਕਿ ਅਸੀਂ ਅੰਦੋਲਨ ਇੱਦਾਂ ਹੀ ਚਲਾਉਣਾ। ਇਹ ਜਿੱਦਣ ਆਹ ਜਿਹੜੇ ਸਧਾਰਨ ਕਿਸਾਨ ਨੇ ਇਹਨਾਂ ਨੂੰ ਸਮਝ ਆ ਗਈ, ਇਹਨਾਂ ਨੂੰ ਲੱਭਣਾ ਅਤੇ ਇਹਨਾਂ ਨੇ ਮਿਲਣਾ ਕੋਈ ਨਹੀਂ ਹੈ। ਇਹਨਾਂ ਦੀ ਤਾਂ ਸਥਿਤੀ ਇਹ ਹੋਣ ਵਾਲੀ ਹੈ, ਕਿਹੜੀਆਂ ਚੁਣਾਵ ਸਾਨੂੰ ਤੁਹਾਡੇ ਇਸੀ ਗੱਲ ਨੇ, ਜਿਵੇਂ ਤੁਸੀਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਆਹੀ ਗੱਲ ਕਹੀ ਸੀਗੀ ਕਿ ਇਹਨਾਂ ਨੂੰ ਲੱਭਣਾ ਲੋਕਾਂ ਨੇ, ਇਹਨਾਂ ਨੇ ਮਿਲਣਾ ਨਹੀਂ। ਇਹਦਾ ਜਵਾਬ ਜੋਗਿੰਦਰ ਸਿੰਘ ਉਗਰਾਹਾਂ ਜੀ ਨੇ ਦਿੱਤਾ ਸੀਗਾ ਕਿ ਲੋਕ ਸਾਨੂੰ ਲੱਭਣਗੇ ਤਾਂ ਸਹੀ, ਤੁਹਾਨੂੰ ਗਰੇਵਾਲ ਸਾਹਿਬ ਲੋਕ ਲੱਭਣਗੇ ਵੀ ਨਹੀਂ। ਇਹਦਾ ਕੀ ਜਵਾਬ ਦਿੰਦੇ ਹੋ ਤੁਸੀਂ? ਜੋਗਿੰਦਰ ਸਿੰਘ ਉਗਰਾਹਾਂ ਜਿਹੜਾ ਉਹ ਕਮਿਊਨਿਸਟ ਪਾਰਟੀ ਮਾਰਕਸਿਸਟ ਲੈਨਿਸਟ ਦਾ ਆਗੂ ਆ ਅਤੇ ਨਾਗੀ ਰੈਡੀ ਗਰੁੱਪ ਦਾ। ਉਹਨੇ ਇੱਕ ਕੈਡਰ ਤਿਆਰ ਕਰ ਲਿਆ। ਅਸੀਂ ਇੱਕੋ ਹੀ ਇਲਾਕਿਆਂ ਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਸੀ ਕਿ ਉਗਰਾਹਾਂ ਸਾਹਿਬ ਤੁਸੀਂ ਮੇਰੇ ਵੱਲ ਇੱਕ ਉਂਗਲ ਕਰ ਰਹੇ ਹੋ, ਤੁਹਾਡੇ ਵੱਲ 3 ਹੋ ਗਈਆਂ। ਕੱਪੜੇ ਤੁਹਾਡੇ ਵੀ ਉਤਰਨੇ ਆ ਵੀਰ, ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਜਿਹੜਾ ਇਹ ਨਿਰਮਾਣ ਕਰ ਰਹੇ ਹੋ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਭੁਗਤਣਾ ਪੈਣਾ। ਇਹ ਮੈਂ ਸਾਹਮਣੇ ਦਿਖਾ ਦੂੰਗਾ, ਤੁਸੀਂ ਕਹੋਗੇ ਹੁਣ ਉਗਰਾਹਾਂ ਨੂੰ ਘੇਰਿਆ ਹੋਇਆ ਸੀ ਨਾ ਉਹਨਾਂ ਨੇ, ਉਹ ਕਹਿੰਦਾ ਸੀ ਇਹ ਮੈਨੂੰ ਆਤੰਕਵਾਦੀਆਂ ਨੇ ਘੇਰ ਲਿਆ, ਗਰਮ ਖਿਆਲੀ ਘੇਰ ਰਹੇ ਆ, ਕਹਿ ਰਿਹਾ ਸੀ ਨਾ। ਅਤੇ ਉਹ ਹੁਣ ਪਤਾ ਲੱਗ ਜਾਊਗਾ ਵੀ ਕੀ ਹੁੰਦਾ, ਔਰ ਇਹ ਲੋਕ ਗੁੰਮਰਾਹ ਨਹੀਂ ਹੁੰਦੇ। ਉਹਨੇ ਕੀ ਕੀਤਾ, ਤਾਹਿਰ ਹੁਸੈਨ ਦੀਆਂ ਫੋਟੋ ਫੜਾਤੀਆਂ, ਜਿਹੜਾ ਦਿੱਲੀ ਦੰਗਿਆਂ ਦਾ ਦੋਸ਼ੀ ਆ। ਉਹ ਸਾਜਿਦ ਦੀਆਂ ਪਕੜਾਤੀਆਂ, ਟੁਕੜੇ ਗੈਂਗ ਦੀਆਂ। ਉਹ ਵਿਚਾਰੀਆਂ ਭੋਲੀਆਂ ਭਾਲੀਆਂ ਮਹਿਲਾਵਾਂ ਸਾਡੇ ਇਲਾਕਿਆਂ ਦੀਆਂ, ਮੇਰੀਆਂ ਤਾਂ ਮਾਵਾਂ ਵਰਗੀਆਂ ਨੇ ਉਹ, ਠੀਕ ਹੈ। ਉਹਨਾਂ ਨੂੰ ਫੜਾਤੀਆਂ, ਉਹਨਾਂ ਨੂੰ ਪਤਾ ਕੁਛ ਨਹੀਂ। ਅਤੇ ਅਰਬਨ ਨਕਸਲਾਈਟਸ ਦੀਆਂ ਪਕੜਾਤੀਆਂ ਕਿ ਇਹਨਾਂ ਨੂੰ ਛੱਡੋ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਜਾ ਕੇ ਪੱਤਰਕਾਰਾਂ ਨੇ ਕਿ ਭਾਈ ਇਹ ਕੌਣ ਨੇ, ਕਿਉਂ ਆਏ, ਉਹ ਕਹਿੰਦਾ ਜੀ ਇਹ ਤਾਂ ਸਾਡੇ ਲੀਡਰਾਂ ਨੇ ਪਕੜਾਈਆਂ, ਸਾਨੂੰ ਨਹੀਂ ਪਤਾ ਇਹ ਕੌਣ ਨੇ ਅਤੇ ਕਿਉਂ ਫੜੀਆਂ ਨੇ। ਅਤੇ ਸਾਡੀ ਜਥੇਬੰਦੀ ਨੂੰ ਪੁੱਛੋ, ਜਥੇਬੰਦੀ ਦੇ ਆਗੂ ਕੌਣ ਨੇ, ਉਗਰਾਹਾਂ ਸਾਹਿਬ ਨੂੰ ਪੁੱਛਿਆ। ਉਹ ਕੀ ਕਹਿੰਦੇ ਇਹ ਵੀ ਸਾਡੀ ਵਿਚਾਰਧਾਰਾ। ਕੀ ਤਾਹਿਰ ਹੁਸੈਨ ਦਿੱਲੀ ਦੰਗਿਆਂ ਦੇ ਦੋਸ਼ੀ ਨੂੰ ਛੱਡਣ ਨਾਲ ਕਿਸਾਨ ਦਾ ਭਲਾ ਹੁੰਦਾ? ਕੀ ਕਿਸੇ ਹੋਰ ਨੂੰ ਛੱਡਣ ਨਾਲ ਕਿਸਾਨ ਦਾ ਭਲਾ ਹੁੰਦਾ? ਸਾਜਿਦ ਨੂੰ, ਟੁਕੜੇ ਗੈਂਗ ਨੂੰ? ਕੀ ਇਹ ਅਰਬਨ ਨਕਸਲਾਈਟ ਨੂੰ ਛੱਡਣ ਨਾਲ ਕਿਸਾਨ ਦਾ ਭਲਾ ਹੁੰਦਾ? ਇਹ ਕਿਸਾਨ ਦੇ ਨਾਂ 'ਤੇ ਗੁੰਮਰਾਹ ਕਰ ਰਹੇ ਆ, ਆਪਣੀਆਂ ਰੋਟੀਆਂ ਸੇਕ ਰਹੇ ਆ, ਸਿਆਸਤ ਤੋਂ ਪ੍ਰੇਰਿਤ ਕੰਮ ਕਰ ਰਹੇ ਆ। ਇਹਨਾਂ ਲੋਕਾਂ ਨੇ ਤਾਂ ਕਿਸਾਨ ਨੂੰ, ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰਨਾ ਚਾਹੀਦਾ। ਇਹ ਦੋਸ਼ੀ ਨੇ ਕਿਸਾਨ ਨੇ, ਇਹ ਉਗਰਾਹਾਂ ਸਾਹਿਬ ਜਿਹੜੀਆਂ ਗੱਲਾਂ ਕਰਦੇ ਨੇ।
ਗਰੇਵਾਲ ਸਾਹਿਬ, ਕਿਹਾ ਜਾ ਰਿਹਾ ਜਿਹੜੇ ਆਗੂ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡਾ ਹੱਲ ਉੱਥੇ ਬਾਰਡਰਾਂ ਤੇ ਕੁਝ ਨਹੀਂ ਬੰਦਾ ਤੇ ਉਹ ਜਿਹੜੇ ਬੀਜੇਪੀ ਦੇ ਕਾਰਜਕਰਤਾ ਹੈਗੇ ਆ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਉਹਨਾਂ ਦੇ ਘਰਾਂ ਦਾ ਵੀ ਘਿਰਾਵ ਕੀਤਾ ਜਾਏਗਾ, ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਏਗਾ, ਉਹਨਾਂ ਦੇ ਖੇਤਾਂ ਦਾ ਵੀ ਘਿਰਾਵ ਕੀਤਾ ਜਾਏਗਾ। ਕਿਸ ਤਰੀਕੇ ਨਾਲ ਦੇਖਦੇ ਹੋ ਇਸ ਨੂੰ, ਕਿੰਨਾ ਕੁ ਅਸਰ ਪਏਗਾ ਇਹਦਾ? ਦੇਖੋ, ਪਹਿਲੀ ਗੱਲ ਤਾਂ ਇਹ ਰਾਜਨੀਤਿਕ ਆਤੰਕਵਾਦ ਇਹਨੂੰ ਕਹਿੰਦੇ ਆ। ਇਹ ਸਰਕਾਰੀ ਜਿਹੜਾ ਆਤੰਕਵਾਦ ਆ ਪੰਜਾਬ ਦੇ ਅੰਦਰ, ਜਿਹੜਾ ਸਾਡੇ ਵਰਕਰਾਂ ਦੇ ਉੱਪਰ ਜ਼ੁਲਮ ਹੋ ਰਹੇ ਨੇ, ਘਰ ਘੇਰੇ ਹੋਏ ਨੇ 6-6 ਮਹੀਨਿਆਂ ਤੋਂ, ਉਹਨਾਂ ਦੇ ਕਾਰੋਬਾਰ ਬੰਦ ਕਰਵਾਏ ਹੋਏ ਆ, ਇਹ ਸਾਰਾ ਕੁਝ ਕੀਤਾ ਹੋਇਆ। ਪਰ ਮੈਂ ਉਸ ਦੇ ਬਾਵਜੂਦ ਵੀ ਇਹ ਕਹਿਣਾ ਕਿ ਬੀਜੇਪੀ ਦਾ ਸੰਗਠਨ ਮਜ਼ਬੂਤ ਹੋਣਾ ਚਾਹੀਦਾ, ਸੜਕਾਂ 'ਤੇ ਨਿਕਲਣਾ ਚਾਹੀਦਾ, ਜਿੰਨੇ ਮਰਦੇ ਆ ਮਰਨੇ ਚਾਹੀਦੇ ਆ, ਅਤੇ ਅਸੀਂ ਉਹਨਾਂ ਦਾ ਮੁਕਾਬਲਾ ਕਰਨਾ, ਡਟ ਕੇ ਕਰਾਂਗੇ। ਜੋ ਉਹਨਾਂ ਨੇ ਜ਼ੋਰ ਲਾਉਣਾ ਇਹ ਗੁੰਡਾ ਗਰੋਹਾਂ ਨੂੰ ਅਸੀਂ ਕੁਛ ਨਹੀਂ ਕਰਨ ਦੇਣਾ। ਇਹ ਮੈਂ ਅੱਜ ਵੀ ਕਹਿਣਾ, ਜਿਹੜੀਆਂ ਇਹ ਗੱਲਾਂ ਕਰਦੇ ਨੇ, ਅਤੇ ਇਹ ਤਾਂ ਸਾਡੇ 'ਚ ਹੀ ਅਜੇ ਕਮਜ਼ੋਰੀਆਂ ਨੇ ਬਹੁਤ ਸਾਰੀਆਂ, ਸਮਝ ਗਏ ਗੱਲ, ਅਤੇ ਉਹ ਦਰੁਸਤ ਕਰਨੀਆਂ ਪੈਣੀਆਂ ਨੇ। ਜਿਸ ਤਰ੍ਹਾਂ ਅਸੀਂ ਬੰਗਾਲ 'ਚ ਲੜੇ ਹਾਂ, ਇੱਦਾਂ ਹੀ ਇੱਥੇ ਵੀ ਲੜਨਾ ਪੈਣਾ। ਅਜੇ ਤਾਂ ਅਸੀਂ ਪੋਲੀਟੀਕਲ ਪਾਰਟੀ ਥੋੜ੍ਹਾ ਪ੍ਰੈਸ਼ਰ ਗਰੁੱਪ ਹਾਂ। ਹਾਂ, ਤੇ ਹੁਣ ਅਗਰ ਦੇਖਿਆ ਜਾਵੇ ਤਾਂ ਜਿੱਥੇ ਤੁਸੀਂ ਵੈਸਟ ਬੰਗਾਲ ਦੀਆਂ ਗੱਲ ਕਰ ਰਹੇ ਸੀ, ਹੁਣ ਗੱਲਾਂ ਇੱਥੇ ਵੀ ਆ ਰਹੀਆਂ ਨੇ ਕਿ ਜੇਕਰ ਪੰਜਾਬ ਦੀਆਂ ਚੋਣਾਂ ਹੁੰਦੀਆਂ ਆ, ਉੱਥੇ ਵੀ ਬੀਜੇਪੀ ਸਰਕਾਰ ਨੂੰ ਇੱਦਾਂ ਹੀ ਉਹਦੇ ਨਾਲ ਪੇਸ਼ ਆਇਆ ਜਾਏਗਾ, ਇੱਥੇ ਵੀ ਉਹਨਾਂ ਨੂੰ ਇੱਦਾਂ ਦੀ ਹੀ ਹਾਰ ਦਿੱਤੀ ਜਾਵੇਗੀ। ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਪਹਿਲਾਂ ਅਸੀਂ ਸਰਕਾਰ 'ਚ 2 ਸੀਟਾਂ ਨੇ ਸਾਡੇ ਕੋਲ, ਕਾਹਦੀ ਹਾਰ ਦੇਣੀ ਹੈ ਸਾਨੂੰ? ਅਸੀਂ ਤਾਂ ਵਧਣਾ ਹੀ ਆ, ਜਿੰਨਾ ਵਧਣਾ ਸਾਨੂੰ ਨਹੀਂ ਰੋਕ ਸਕਦੇ। ਰੁਕਦੀ ਨਹੀਂ ਬੀਜੇਪੀ ਕਿਸ ਤੋਂ। ਮੈਂ ਤਾਂ ਇਹਨਾਂ ਨੂੰ ਕਹਿਣਾ ਇਹ ਸਾਰੇ ਇਕੱਠੇ ਹੋ ਜਾਣ, ਠੀਕ ਹੈ, ਅਤੇ ਇਹ ਕੁਛ ਨਹੀਂ ਵਿਗਾੜ ਸਕਦੇ। ਅਤੇ ਇਹ ਉਗਰਾਹਾਂ ਤਾਂ ਇਹ ਬਾਕੀ ਜਿੰਨੇ ਕਿਸਾਨ ਲੀਡਰ ਨੇ ਇਹ ਤਾਂ ਗਲਤਫਹਿਮੀ 'ਚ ਤੁਰੇ ਫਿਰਦੇ ਆ ਵਿਚਾਰੇ, ਇਹਨਾਂ ਨੂੰ ਕੁਛ ਵੀ ਨਹੀਂ ਪਤਾ। ਇਹ ਤਾਂ ਕਿਸਾਨ ਦਾ ਮੋਢਾ ਲੱਭ ਲਿਆ ਕਾਂਗਰਸ ਨੇ, ਆਮ ਆਦਮੀ ਪਾਰਟੀ ਨੇ, ਅਕਾਲੀ ਦਲ ਵੀ ਉਹਦੇ ਪਿੱਛੇ ਹੀ ਹੈ। ਇਹ ਸਾਰਿਆਂ ਨੂੰ ਬਦਨਾਮ ਕਰਨ ਦਾ, ਸਰਕਾਰ ਨੂੰ ਅਤੇ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ, ਉਹ ਉਹਨਾਂ ਨੂੰ ਮਿਲ ਗਿਆ ਅਤੇ ਉਹ ਉਹਦੇ 'ਤੇ ਲੱਗੇ ਹੋਏ ਆ। ਅਤੇ ਇਹ ਬਦਕਿਸਮਤੀ ਹੈ ਦੇਸ਼ ਦੀ, ਬਦਕਿਸਮਤੀ ਹੈ ਕਿਸਾਨ ਦੀ। ਕਿਸਾਨ ਦੀਆਂ ਜਿਹੜੀਆਂ ਉਹਦੀ ਆਮਦਨ 'ਚ ਵਾਧਾ ਹੋਣਾ, ਜਿਹੜੇ ਹੋਰ ਫਾਇਦੇ ਹੋਣੇ ਆ, ਉਹ ਇਹਦੇ 'ਚ ਨਹੀਂ ਹੋ ਪਾਉਣੇ। ਉਹ ਪਰਪਸ ਡਿਫੀਟ ਹੋ ਜਾਏਗਾ ਸਰਕਾਰ ਦਾ ਵੀ, ਮੋਦੀ ਜੀ ਦਾ ਵੀ। ਅਤੇ ਇਹਦੇ 'ਚ ਕਿਸਾਨ ਨੂੰ ਸਹਿਯੋਗ ਕਰਨਾ ਚਾਹੀਦਾ। ਮੇਰੀ ਉਹਨਾਂ ਨੂੰ ਇਹੀ ਅਪੀਲ ਆ, ਇਹਨਾਂ ਬਦਮਾਸ਼ਾਂ ਤੋਂ ਬਚਣ ਬਸ। ਗਰੇਵਾਲ ਸਾਹਿਬ, ਜਿਹੜੀ ਗੱਲ ਆਂਦੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜੀ ਨੂੰ ਦੇਖਿਆ ਜਾਵੇ, ਕੈਪਟਨ ਅਮਰਿੰਦਰ ਸਿੰਘ ਨੂੰ ਦੇਖਿਆ ਜਾਵੇ, ਆਪਸ ਦੇ ਵਿੱਚ ਟਵੀਟ ਖੇਡ ਰਹੇ ਨੇ, ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ, ਭਾਵੇਂ ਉਹ ਕੋਟਕਪੂਰਾ ਗੋਲੀकांड ਹੋਵੇ, ਬਹਿਬਲ ਕਲਾਂ ਕਾਂਡ ਹੋਵੇ, ਬਹਿਬਲ ਕਲਾਂ ਦਾ ਜਿਹੜਾ ਬੇਅਦਬੀ ਕਾਂਡ ਸੀਗਾ ਉਹ ਹੋਵੇ, ਦੋਨਾਂ ਬਾਰੇ ਇਹੀ ਚੀਜ਼ਾਂ ਚੱਲ ਰਹੀਆਂ ਨੇ। ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ ਕਿੱਧਰਲੀ ਸੀਟ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਇਸ ਵਕਤ? ਇਹ ਅਸਲ 'ਚ ਲੁੱਟ ਖੋਹ ਦੀ ਲੜਾਈ ਆ ਆਪਸ 'ਚ। ਜੇ ਇਕੱਠੇ ਹੋ ਕੇ ਡਿਵੈਲਪਮੈਂਟ ਕਰਨੀ ਹੋਵੇ ਤਾਂ ਸਰਕਾਰ ਉਹਨਾਂ ਦੇ ਹੱਥ 'ਚ ਕਰ ਸਕਦੇ ਸੀਗੇ। ਅਤੇ ਸਿੱਧੂ ਸਾਹਿਬ ਜਿਹੜੇ ਆ ਉਹ ਹਮੇਸ਼ਾ ਜਿੱਥੇ ਵੀ ਜਾਂਦੇ ਆ ਉਹ ਡਿਸਿਪਲਿਨ 'ਚ ਨਹੀਂ ਜਾਂਦੇ, ਇਨਡਿਸਿਪਲਿਨ ਕਰਦੇ ਆ। ਅਨੁਸ਼ਾਸਨਹੀਨ ਵਿਅਕਤੀ, ਅਨੁਸ਼ਾਸਨਹੀਨ ਸੰਸਥਾ, ਅਨੁਸ਼ਾਸਨਹੀਨ ਸਰਕਾਰ ਕਦੇ ਵੀ ਅੱਛਾ ਪਰਫਾਰਮ ਨਹੀਂ ਕਰ ਸਕਦੇ, ਸਕਸੈਸ ਨਹੀਂ ਉਹਨਾਂ ਨੂੰ ਮਿਲਦੀ। ਮੈਂ ਤਾਂ ਇਸ ਚੀਜ਼ ਦੇ ਹੱਕ 'ਚ ਨਹੀਂ ਰਹਿੰਦਾ। ਅਤੇ ਸਿੱਧੂ ਸਾਹਿਬ ਨੂੰ ਹੁਣ ਕਾਂਗਰਸ 'ਚ ਵੀ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ, ਆਮ ਆਦਮੀ 'ਚ ਨਹੀਂ ਬਚੀ, ਅਕਾਲੀ ਦਲ 'ਚ ਹੈ ਹੀ ਨਹੀਂ, ਪਹਿਲਾਂ ਸਾਡੇ 'ਚ ਵੀ ਨਹੀਂ ਹੈ। ਤਾਂ ਹੁਣ ਆਪਣਾ ਕੋਈ ਦਲ ਬਣਾ ਲੈਣ, ਜੋ ਵੀ ਉਹਨਾਂ ਨੇ ਕਰਨਾ ਉਹ ਕਰ ਲੈਣ। ਅਤੇ ਉਹਨਾਂ ਦੀ ਮਨਸ਼ਾ ਮੁੱਖ ਮੰਤਰੀ ਬਣਦੀ ਆ, ਉਹ ਮੇਰਾ ਖਿਆਲ ਇੱਦਾਂ ਪੂਰੀ ਨਹੀਂ ਹੋਣੀ। ਅਤੇ ਇਹਦੇ ਨਾਲ ਉਹਨਾਂ ਨੇ ਆਪਣਾ ਵੀ ਨੁਕਸਾਨ ਕੀਤਾ, ਅਤੇ ਜੋ ਸੂਬੇ ਦਾ ਭਲਾ ਕਰਨਾ ਸੀ ਉਹ ਵੀ ਨਹੀਂ ਕਰ ਸਕਣਗੇ। ਅਤੇ ਆਪਸ 'ਚ ਲੜਾਈ ਆ ਉਹਨਾਂ ਦੀ, ਉਹਦੇ 'ਚ ਅਸੀਂ ਕੀ ਕਹਿਣਾ ਹੈਗਾ। ਕਾਂਗਰਸੀਆਂ ਨੇ ਕਾਂਗਰਸੀ ਨਾਲ ਜਦੋਂ ਜਹਾਜ਼ ਡੁੱਬਣ ਲੱਗਦਾ ਨਾ, ਉਹਦੇ ਚੂਹੇ ਵੀ ਨਿਕਲ ਕੇ ਭੱਜ ਲੈਂਦੇ ਆ। ਇਹ ਇੱਦਾਂ ਭੱਜਣਗੇ, ਹੁਣ ਪਤਾ ਹੀ ਨਹੀਂ ਲੱਗਣਾ। ਇਹ ਇਕੱਲਾ ਸਿੱਧੂ ਨਹੀਂ, ਹੋਰ ਬਹੁਤ ਭੱਜਣਗੇ। ਗਰੇਵਾਲ ਸਾਹਿਬ, ਲੋਕਾਂ ਵਾਸਤੇ ਬਹੁਤ ਵੱਡਾ ਮੁੱਦਾ ਹੈਗਾ ਹੈ, ਜਿਹੜੇ ਆਮ ਲੋਕ ਨੇ ਜਿਹੜੇ ਜੁੜੇ ਹੋਏ ਨੇ, ਬਹਿਬਲ ਕਲਾਂ ਜਿਹੜਾ ਉੱਥੇ ਬੇਅਦਬੀ ਕਾਂਡ ਹੋਇਆ ਸੀਗਾ ਉਹਦੇ ਨਾਲ ਜੁੜੇ ਹੋਏ ਸੀਗੇ, ਉਹਨਾਂ ਦੇ ਦਿਲਾਂ ਦੇ ਵਿੱਚ ਇਹਦੇ ਬਹੁਤ ਇੱਕ ਸੈਂਸਿਟਿਵ ਪੁਆਇੰਟ ਹੈਗਾ ਆ। ਅਤੇ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਸਿਟ ਨੂੰ ਜਿਹੜੀ ਰਿਪੋਰਟ ਸੀਗੀ ਉਹਨੂੰ ਖਾਰਿਜ ਕਰ ਦਿੱਤਾ, ਉਸ ਤੋਂ ਬਾਅਦ ਹੁਣ ਇਹ ਸੱਤਾ ਜਿਹੜੀ ਹੈਗੀ ਆ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਣ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ, ਉਹ ਇਸ ਤਰੀਕੇ ਨਾਲ ਇਲਜ਼ਾਮ ਲਗਾ ਕੇ ਖੇਡ ਰਹੇ ਨੇ। ਤੇ ਕੀ ਲੱਗਦਾ ਹੈ ਕਿ ਜਿਹੜੇ ਲੋਕ ਇੱਥੇ ਮੌਜੂਦ ਨੇ, ਜਿਹੜੇ ਲੋਕ ਇਨਸਾਫ ਦੀ ਉਮੀਦ ਕਰ ਰਹੇ ਨੇ, ਉਹਨਾਂ ਨੂੰ ਇਨਸਾਫ ਮਿਲੇਗਾ ਕਦੀ? ਦੇਖੋ, ਜਿਹੜਾ ਮੁੱਦਾ ਹੈ ਬਰਗਾੜੀ ਦਾ, ਬਹਿਬਲ ਕਲਾਂ ਦਾ, ਇਹ ਸਾਡੀ ਆਸਥਾ ਨਾਲ ਜੁੜਿਆ ਹੋਇਆ। ਔਰ ਇਹ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਬੜਾ ਗੁਨਾਹ ਕੀਤਾ ਜਿਹੜਾ ਇਹਦਾ ਇਨਸਾਫ ਨਹੀਂ ਦਿੱਤਾ। ਜਾਂਚ ਹੋਈ ਪਈ ਆ, ਸਭ ਕੁਝ ਤਿਆਰ ਆ, ਇਹ ਰਲੀ ਮਿਲੀ ਕੁਸ਼ਤੀ ਖੇਡੀ ਜਾ ਰਹੀ ਆ। ਇਹਦੇ 'ਚ ਜਿਹੜੀਆਂ ਗੱਲਾਂ ਨਵਜੋਤ ਸਿੱਧੂ ਬੋਲਦਾ, ਪੂਰੇ ਪੰਜਾਬੀ ਔਰ ਪੰਜਾਬ ਔਰ ਦੇਸ਼ ਔਰ ਦੁਨੀਆ ਇਸ ਦਾ ਜਵਾਬ ਮੰਗਦੀ ਹੈ ਕੈਪਟਨ ਅਮਰਿੰਦਰ ਤੋਂ। ਇਹ ਜਵਾਬ ਇਹਨੂੰ ਦੇਣਾ ਪੈਣਾ। ਔਰ ਮੈਂ ਵੈਸੇ ਸਿੱਧੂ ਨਾਲ ਸਹਿਮਤ ਨਹੀਂ, ਪਰ ਇਹ ਗੱਲਾਂ ਨਾਲ ਮੈਂ ਜ਼ਰੂਰ ਸਹਿਮਤ ਹਾਂ। ਅਤੇ ਇਹਦਾ ਜਵਾਬ ਪੂਰੇ ਦੇਸ਼ ਨੇ ਮੰਗਣਾ। ਔਰ ਇਹ ਕੈਪਟਨ ਅਮਰਿੰਦਰ ਸਿੰਘ ਬਹੁਤ ਬੜਾ ਗੁਨਾਹਗਾਰ ਆ, ਔਰ ਹੁਣ ਇਹ ਤੋਂ ਇਨਸਾਫ ਦਿੱਤਾ ਨਹੀਂ ਜਾਣਾ, ਕਿਉਂਕਿ ਜਾਣ ਕੇ ਦੇਣਾ ਹੀ ਨਹੀਂ ਚਾਹੁੰਦਾ। ਇਹ ਰਲੇ ਮਿਲੇ ਹੋਏ ਆ, ਅਤੇ ਇਸ ਕਰਕੇ ਹੁਣ ਪੰਜਾਬੀਆਂ ਨੇ ਦੇਖਣਾ ਕਿ ਰਲੇ ਮਿਲੇ ਲੋਕਾਂ ਨੂੰ ਰੱਖਣਾ ਜਾਂ ਕੱਢਣਾ, ਇਹ ਉਹ ਸੋਚ ਲੈਣ, ਅਤੇ ਅਸੀਂ ਸਾਹਮਣੇ ਆਵਾਂਗੇ। ਮੈਂ ਇੱਕ ਚੀਜ਼ ਕਹਿਣਾ
ਕਿ 84 ਦੇ ਇੱਕ ਨਸਲਕੁਸ਼ੀ ਦਾ ਜਿਹੜਾ ਇਨਸਾਫ ਆ ਨਹੀਂ ਮਿਲ ਰਿਹਾ ਸੀ। ਮੋਦੀ ਜੀ ਆਏ, ਪ੍ਰਧਾਨ ਮੰਤਰੀ ਬਣੇ, ਹੁਣ 34 ਜਾਂ 36 ਸਾਲ ਬਾਅਦ ਪੂਰਾ ਇਨਸਾਫ ਤਾਂ ਨਹੀਂ ਮਿਲ ਸਕਦਾ, ਪਰ ਉਹਨਾਂ ਨੇ ਆਉਂਦੇ ਹੀ ਜਿਹਨੂੰ CBI ਅਦਾਲਤ ਨੇ ਛੱਡਤਾ, CBI ਨੇ ਕਲੀਨ ਚਿੱਟ ਦਿੱਤੀ, ਸਭ ਦਿੱਤਾ, ਦੁਬਾਰਾ ਮੁਕੱਦਮਾ ਦਰਜ ਕਰਵਾਇਆ ਔਰ ਦੁਬਾਰਾ ਉਮਰ ਕੈਦ ਹੋਈ। ਹੋਰ ਵੀ ਕੇਸ ਚੱਲ ਰਹੇ ਆ, ਕੋਸ਼ਿਸ਼ ਕੀਤੀ ਜਾ ਰਹੀ ਕਿ ਬਾਕੀਆਂ ਦਾ ਵੀ ਇਨਸਾਫ ਮਿਲੇ, ਪਰ ਇਹ ਪੂਰਾ ਇਨਸਾਫ ਨਹੀਂ ਮਿਲਿਆ। ਫਿਰ ਵੀ ਜੇ ਇਨਸਾਫ ਦਿੱਤਾ ਤਾਂ ਨਰਿੰਦਰ ਮੋਦੀ ਜੀ ਨੇ ਦਿੱਤਾ, ਮੋਦੀ ਜੀ ਦੀ ਸਰਕਾਰ ਨੇ ਦਿੱਤਾ, BJP ਦੀ ਅਗਵਾਈ ਵਾਲੀ ਸਰਕਾਰ ਨੇ ਦਿੱਤਾ। ਔਰ ਅਸੀਂ ਇੱਕ ਦਾਅਵਾ ਕਰਦੇ ਹਾਂ, ਜੇ ਪੰਜਾਬੀ ਇਨਸਾਫ ਚਾਹੁੰਦੇ ਆ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇ, 3 ਹਫ਼ਤਿਆਂ 'ਚ ਇਨਸਾਫ ਮਿਲੇਗਾ ਔਰ ਸਜ਼ਾ ਮਿਲੇਗੀ ਕਿ ਲੋਕ ਜੇਲ੍ਹ ਚਲੇ ਜਾਣਗੇ। ਜਿੱਦਾਂ ਗੋਲੀ ਦੀ ਤਰ੍ਹਾਂ ਸੱਜਣ ਕੁਮਾਰ ਜੇਲ੍ਹ ਗਿਆ, ਇੱਦਾਂ ਜਾਣਗੇ। ਇਹ ਇਨਸਾਫ ਇੱਦਾਂ ਮਿਲੂਗਾ। ਇਹ ਇਨਸਾਫ ਇਹਨਾਂ ਲੋਕਾਂ ਨੇ ਨਹੀਂ ਦੇਣਾ ਜਿਹੜੇ ਆਪਸ 'ਚ ਰਲੀਆਂ ਮਿਲੀਆਂ ਕੁਸ਼ਤੀਆਂ ਖੇਡਦੇ ਆ, ਮਿਲੇ ਹੋਏ ਆਪਸ 'ਚ। ਤੁਸੀਂ ਕਿਹਾ ਕਿ 3 ਹਫ਼ਤਿਆਂ ਦੇ ਵਿੱਚ BJP ਸਰਕਾਰ ਜੇਕਰ ਆਂਦੀ ਹੈ ਤੇ ਇਹਨਾਂ ਨੂੰ ਇਨਸਾਫ ਮਿਲ ਜਾਏਗਾ। ਉੱਥੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ 4 ਹਫ਼ਤਿਆਂ 'ਚ ਅਸੀਂ ਇਹਦਾ ਇਨਸਾਫ ਕਰ ਦੇਵਾਂਗੇ। ਕਿ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਸੀਗੀ, ਉਸ ਤੋਂ ਬਾਅਦ ਹੁਣ ਅਗਰ ਦੁਬਾਰਾ ਕੋਈ ਹੋਰ ਪੁਲਿਸ ਅਫਸਰ ਲਗਾਇਆ ਜਾਂਦਾ ਹੈ ਜਾਂ ਕੁਝ ਹੋਰ ਕੀਤਾ ਜਾਂਦਾ ਹੈ, ਭਾਵੇਂ ਉਹ BJP ਵੱਲੋਂ ਹੋਵੇ ਭਾਵੇਂ ਉਹ ਆਮ ਆਦਮੀ ਪਾਰਟੀ ਵੱਲੋਂ ਹੋਵੇ, ਉਹਦਾ ਇਨਸਾਫ ਲੋਕਾਂ ਨੂੰ ਜਲਦ ਤੋਂ ਜਲਦ ਮਿਲ ਜਾਏਗਾ? ਦੇਖੋ, ਇਸ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਤਾਂ ਮੈਂ ਇਹ ਕਹੂੰਗਾ, ਇੱਕ ਤਾਂ ਉਹ ਦਿੱਲੀ ਸ਼ਹਿਰ ਦੀ ਪਾਰਟੀ ਹੈ। ਦਿੱਲੀ ਸ਼ਹਿਰ ਦੇ ਮੁੱਖ ਮੰਤਰੀ ਦਾ ਦਰਜਾ ਮੇਅਰ ਦੇ ਬਰਾਬਰ ਹੀ ਹੁੰਦਾ, ਠੀਕ ਹੈ। ਇੱਧਰ ਭਾਰਤੀ ਜਨਤਾ ਪਾਰਟੀ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ। ਇੱਕ ਪਾਸੇ ਉਹ ਵਾਅਦਾ ਕਰਦੇ ਆ, ਇੱਕ ਪਾਸੇ ਅਸੀਂ ਕਰਦੇ ਹਾਂ। ਕਿਹਦੇ 'ਚ ਵਜ਼ਨ ਜ਼ਿਆਦਾ, ਇਹ ਦੇਖੋ। ਸਾਡੀ ਕ੍ਰੈਡੀਬਿਲਿਟੀ ਜ਼ਿਆਦਾ ਨਾ, ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੇਵਾਂਗੇ। ਉਹਨਾਂ ਨੇ ਕਦੇ ਵਾਅਦਾ ਕਰਕੇ ਕੀਤਾ ਹੀ ਨਹੀਂ। ਉਹਨੇ 84 ਦੇ ਨਸਲਕੁਸ਼ੀ ਦੀ ਸਿੱਟ ਬਣਾਈ ਸੀ, ਉਸਨੇ ਕੋਈ ਕਾਰਵਾਈ ਨਹੀਂ ਕੀਤੀ। ਧੋਖਾ ਦੇ ਰਿਹਾ ਸੀ ਲੋਕਾਂ ਨੂੰ। ਕੇਜਰੀਵਾਲ ਹਮੇਸ਼ਾ ਧੋਖਾ ਦਿੰਦਾ, ਝੂਠ ਬੋਲਦਾ। ਔਰ ਅਸੀਂ ਕਹਿੰਦੇ ਹਾਂ ਕਿ ਇਹ ਤਿਆਰ ਪਿਆ ਤੇ ਅਸੀਂ ਆ ਕੇ ਇਨਸਾਫ ਦੇ ਦਿਆਂਗੇ। ਪਹਿਲਾਂ ਦੇ ਕੇ ਦਿਖਾਇਆ, ਮੋਦੀ ਜੀ ਨੇ ਇਨਸਾਫ ਕੀਤਾ, ਤੇ ਅਸੀਂ ਫੇਰ ਕਰਾਂਗੇ। ਇਹ ਵੀ ਵਾਅਦਾ ਹੈਗਾ। ਕਰਤਾਰਪੁਰ ਸਾਹਿਬ ਦਾ ਲਾਂਘਾ ਕਿਸੇ ਨੇ ਨਹੀਂ ਸੀ ਖੋਲ੍ਹਿਆ ਇੰਨੇ ਸਾਲ, ਸਾਡੀ ਸਰਕਾਰ ਨੇ ਖੋਲ੍ਹਿਆ, ਨਰਿੰਦਰ ਮੋਦੀ ਜੀ ਨੇ ਖੋਲ੍ਹਿਆ। ਇਸ ਕਰਕੇ ਕ੍ਰੈਡੀਬਿਲਿਟੀ ਸਾਡੀ ਜ਼ਿਆਦਾ, ਤੇ ਅਸੀਂ ਨਹੀਂ ਜਾਣਦੇ ਕਿ ਕੁੰਵਰ ਵਿਜੇ ਪ੍ਰਤਾਪ ਕੀ ਕਹਿੰਦਾ ਤੇ ਬਾਕੀ ਕੀ ਕਹਿੰਦੇ ਆ। ਸਾਨੂੰ ਪਤਾ ਕਿ ਉਹ ਸਭ ਤਿਆਰ ਪਿਆ, ਉਹਦੇ 'ਚ ਕੁਛ ਕਰਨ ਦੀ ਲੋੜ ਨਹੀਂ। ਉਹ ਤਾਂ ਸਿੱਧਾ ਅਦਾਲਤ ਜਾਣਾ, ਅਦਾਲਤ ਨੇ ਸਜ਼ਾ ਦੇਣੀ ਆ। ਇਹਦੇ 'ਚ ਕੋਈ ਐਸੀ ਗੱਲ ਨਹੀਂ, ਉਹ ਮਿਲੇਗੀ। ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਜੀ, ਥੈਂਕ ਯੂ। ਇਹ ਸੀਗੇ ਗਰੇਵਾਲ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਸਿਰਫ ਔਰ ਸਿਰਫ ਜੇਕਰ ਪੰਜਾਬ ਦੇ ਵਿੱਚ BJP ਦੀ ਸਰਕਾਰ ਆਂਦੀ ਹੈ ਤੇ ਜਿਹੜਾ ਬਹਿਬਲ ਕਲਾਂ ਬੇਅਦਬੀ ਦਾ ਮਾਮਲਾ ਹੈਗਾ, ਉਹਦੇ ਵਿੱਚ ਲੋਕਾਂ ਨੂੰ ਇਨਸਾਫ 3 ਹਫ਼ਤੇ ਦੇ ਵਿੱਚ ਦਿਵਾਇਆ ਜਾਏਗਾ। ਤੇ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਕੋਲ ਭਾਵੇਂ ਉਹ ਪੰਜਾਬ ਹੋਵੇ ਭਾਵੇਂ ਉਹ ਵੈਸਟ ਬੰਗਾਲ ਹੋਵੇ, ਉੱਥੇ ਉਹਨਾਂ ਕੋਲ ਖੋਣ ਦਾ ਕੋਈ ਉਹ ਨਹੀਂ ਸੀਗਾ, ਲੇਕਿਨ ਉਹਨਾਂ ਨੇ ਹਾਸਲ ਬਹੁਤ ਕੁਝ ਕੀਤਾ। ਭਾਵੇਂ ਉਹ ਸੀਟਾਂ ਪਹਿਲੇ ਉਹਨਾਂ ਕੋਲ ਬਹੁਤ ਘੱਟ ਸੀਗੀਆਂ, ਅੱਜ ਉਹਨਾਂ ਨੇ ਇਲੈਕਸ਼ਨਸ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਹੋਰ ਹਾਸਲ ਕੀਤੀਆਂ ਤੇ ਉਹ ਇੱਕ ਸਟਰੋਂਗ ਆਪੋਜੀਸ਼ਨ ਉੱਭਰ ਕੇ ਆਏ ਨੇ। ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ TV, ਚੰਡੀਗੜ੍ਹ।